ਹੈਲੋ एवरीवन। ਅੱਜ ਜੋ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਜੋ ਆਪਣਾ ਲਾਸਟ ਟੌਪਿਕ ਚੱਲ ਰਿਹਾ ਸੀ ਲਿੰਕਿੰਗ ਦਾ, ਕਿ ਆਪਾਂ ਇੱਕ ਪੇਜ ਦੇ ਵਿੱਚ ਕਿੱਦਾਂ ਸੈਟਅਪ ਕਰਦੇ ਹਾਂ ਲਿੰਕ ਦਾ, ਯਾਨੀ ਕਿ ਆਪਾਂ ਲਿੰਕ ਕਿਵੇਂ ਕ੍ਰੀਏਟ ਕਰਦੇ ਹਾਂ। ਸੋ ਉਹਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਲਿੰਕ ਦਾ ਮੀਨਿੰਗ ਦੱਸ ਚੁੱਕੇ ਹਾਂ ਕਿ ਲਿੰਕ ਦਾ ਮੀਨਿੰਗ ਕੀ ਹੁੰਦਾ ਹੈ। ਜਦੋਂ ਆਪਾਂ ਇੱਕ ਪੇਜ ਦੇ ਵਿੱਚ ਇੱਕ ਪੇਜ ਤੋਂ ਦੂਜੇ ਪੇਜ ਦੇ ਵਿੱਚ ਮੂਵ ਕਰਨ ਲਈ ਆਪਾਂ ਜਿਹੜੀ ਵੀ ਚੀਜ਼ ਨੂੰ ਯੂਜ਼ ਕਰਦੇ ਹਾਂ, ਜਿਹੜੇ ਪੁਆਇੰਟ ਨੂੰ ਯੂਜ਼ ਕਰਦੇ ਹਾਂ, ਦੈਟ ਇਜ਼ ਕਾਲਡ ਲਿੰਕ। ਠੀਕ ਹੈ, ਜਾਨੀ ਜਿਹਦੇ ਉੱਤੇ ਕਲਿੱਕ ਕਰਕੇ ਤੁਸੀਂ ਨੈਕਸਟ ਪੇਜ 'ਤੇ ਪਹੁੰਚ ਚਲੇ ਜਾਂਦੇ ਹੋ, ਉਹਨੂੰ ਕੀ ਕਹਿੰਦੇ ਆਪਾਂ ਲਿੰਕ ਕਹਿੰਦੇ ਹਾਂ। ਸੋ ਇਟ ਹੈਜ਼ ਟੂ ਟਾਈਪ, ਵਨ ਇਜ਼ ਇੰਟਰਨਲ ਐਂਡ ਸੈਕਿੰਡ ਵਨ ਇਜ਼ ਐਕਸਟਰਨਲ। ਸੋ ਮੈਂ ਪਹਿਲਾਂ ਤੁਹਾਨੂੰ ਇੰਟਰਨਲ ਲਿੰਕ ਬਾਰੇ ਦੱਸਣ ਲੱਗਿਆ। ਸਮ ਟਾਈਮ ਇਹ ਜੰਪ ਇਜ਼ ਰਿਕੁਆਇਰਡ ਟੂ ਡਿਫਰੈਂਟ ਲੋਕੇਸ਼ਨ। ਕਈ ਵਾਰੀ ਆਪਾਂ ਨੂੰ ਕੀ ਜ਼ਰੂਰਤ ਪੈਂਦੀ ਹੈ ਵੀ ਡਿਫਰੈਂਟ ਲੋਕੇਸ਼ਨ 'ਤੇ ਜਾਣ ਵਾਸਤੇ ਜੰਪ ਦੀ ਜ਼ਰੂਰਤ ਪੈਂਦੀ ਹੈ, ਔਰ ਸੈਕਸ਼ਨ ਇਨ ਦਾ ਸੇਮ ਡਾਕੂਮੈਂਟ ਜਾਂ ਉਸੇ ਡਾਕੂਮੈਂਟ ਦੇ, ਮਤਲਬ ਕਿ ਆਪਾਂ ਜਿਵੇਂ ਉਸ ਜਿਹੜੇ ਸੈਕਸ਼ਨ ਦੇ ਉੱਤੇ ਕੰਮ ਕਰ ਰਹੇ ਨੇ ਉਸੇ ਡਾਕੂਮੈਂਟ ਦੇ ਉੱਤੇ ਜੰਪ ਕਰਨਾ ਪੈਂਦਾ, ਮਤਲਬ ਉਸ ਤੋਂ ਨੈਕਸਟ 'ਤੇ ਜਾਣਾ ਪੈਂਦਾ। ਜਿਵੇਂ ਤੁਸੀਂ ਫੋਰ ਐਗਜ਼ਾਮਪਲ ਤੁਸੀਂ ਮੋਸਟਲੀ ਐਸੀਆਂ ਵੈਬਸਾਈਟ ਯੂਜ਼ ਕਰਦੇ ਹੋ ਜਿਹਦੇ ਵਿੱਚ ਜਿਵੇਂ ਆਪਾਂ ਦਿੱਤੇ ਹੁੰਦੇ ਨੀਚੇ ਪੇਜ ਦਿੱਤੇ ਹੁੰਦੇ ਨੇ, ਪੇਜ 1, ਉਸ ਤੋਂ ਬਾਅਦ ਆਪਾਂ ਨੈਕਸਟ 'ਤੇ ਕਰਦੇ ਹਾਂ, 2 'ਤੇ ਚਲੇ ਜਾਂਦੇ ਹਾਂ, ਫਿਰ ਨੈਕਸਟ 'ਤੇ ਕਰਦੇ ਹਾਂ, ਫਿਰ 3 'ਤੇ, ਫਿਰ ਇਸ ਤਰੀਕੇ ਨਾਲ 4 'ਤੇ ਅੱਗੇ ਚਲੀ ਜਾਂਦੇ ਹਾਂ। ਅਤੇ ਜੇ ਆਪਾਂ ਨੇ ਮੂਵ ਦੇ ਅਕੋਰਡਿੰਗ ਚੱਲੀਏ ਤਾਂ ਆਪਾਂ ਮੂਵ ਵੀ ਕਰ ਸਕਦੇ ਹਾਂ, ਯਾਨੀ ਕਿ ਬੈਕ। ਜਿਵੇਂ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਪੇਜ ਦੇ ਵਿੱਚ ਲਿੰਕ ਕ੍ਰੀਏਟ ਕਰਨਾ। ਦੇਖੋ ਲਿੰਕ ਦੇ ਦੋ ਟਾਈਪਸ ਨਹੀਂ ਹੈ, ਇੱਕ ਇੰਟਰਨਲ ਇੱਕ ਐਕਸਟਰਨਲ ਹੈ। ਇੰਟਰਨਲ ਮੈਂ ਤੁਹਾਨੂੰ ਕਹਿੰਦਾ ਇੱਕ ਪੇਜ ਤੋਂ ਅਗਲੇ ਪੇਜ ਦੇ ਵਿੱਚ ਮੂਵ ਕਰਨਾ, ਦੈਟ ਇਜ਼ ਕਾਲਡ ਇੰਟਰਨਲ ਲਿੰਕ। ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਵੀ ਫੋਰ ਐਗਜ਼ਾਮਪਲ ਐਂ ਲੈ ਲਓ, ਆਪਾਂ ਇੱਕ ਮੈਥ ਦਾ ਵੈਬ ਪੇਜ ਤਿਆਰ ਕਰ ਰਹੇ ਹਾਂ ਜਿਹਦੇ ਵਿੱਚ 10 ਚੈਪਟਰ ਨੇ। ਠੀਕ ਹੈ, ਹੁਣ ਜੇ 10 ਚੈਪਟਰਾਂ ਦੇ ਅਕੋਰਡਿੰਗ ਆਪਾਂ ਕੀ ਕਰਦੇ ਹਾਂ ਵੀ ਇਹ 10th ਕਲਾਸ ਦਾ ਮੈਥ ਹੈ, ਉਧਰੋਂ 9th ਕਲਾਸ ਦਾ ਮੈਥ ਹੈ, 8th ਕਲਾਸ ਦਾ ਮੈਥ ਹੈ। ਜਦੋਂ ਆਪਾਂ 9th ਕਲਾਸ ਦਾ ਮੈਥ ਖੋਲ੍ਹਿਆ ਤਾਂ ਉਹਦੇ ਇੰਟਰਨਲੀ ਲਿੰਕ ਕ੍ਰੀਏਟ ਕਰਤੇ, ਜਿਹਦੇ ਵਿੱਚ ਫਸਟ ਚੈਪਟਰ, ਸੈਕਿੰਡ ਚੈਪਟਰ, ਥਰਡ ਚੈਪਟਰ, ਫੋਰਥ ਚੈਪਟਰ, ਜਿਹਦੇ ਕਿ ਬੱਚਾ ਜਦੋਂ ਵੀ ਫਸਟ ਚੈਪਟਰ 'ਤੇ ਕਲਿੱਕ ਕਰਦਾ ਤਾਂ ਸਾਰਾ ਫਸਟ ਚੈਪਟਰ ਓਪਨ ਹੋ ਜਾਊਗਾ। ਜੇ ਸੈਕਿੰਡ 'ਤੇ ਕਲਿੱਕ ਕਰਦਾ ਤਾਂ ਸੈਕਿੰਡ ਓਪਨ ਹੋ ਜਾਊਗਾ, ਥਰਡ 'ਤੇ ਕਲਿੱਕ ਕਰਦਾ ਤਾਂ ਥਰਡ ਓਪਨ ਹੋ ਜਾਊਗਾ। ਐ ਸੇਮ ਐਜ ਐਕਸਟਰਨਲ ਲਿੰਕ ਦੀ ਆਪਾਂ ਗੱਲ ਕਰਾਂਗੇ। ਐਕਸਟਰਨਲ ਲਿੰਕ ਦੇ ਵਿੱਚ ਹੁਣ ਫਰਕ ਦੇਖੋ ਕੀ ਹੈ, ਡਿਫਰੈਂਸ ਕੀ ਹੈ। ਐਕਸਟਰਨਲ ਲਿੰਕ ਦੇ ਵਿੱਚ ਇਹ ਹੁੰਦਾ ਹੈ ਜਦੋਂ ਤੁਸੀਂ ਇੱਕ ਸਾਈਟ ਤੋਂ ਦੂਜੀ ਸਾਈਟ 'ਤੇ ਮੂਵ ਕਰਨਾ। ਜਿਵੇਂ ਹੁਣ ਤੁਸੀਂ ਦੇਖੋ ਫੋਰ ਐਗਜ਼ਾਮਪਲ ਤੁਸੀਂ ਗੂਗਲ ਦੇ ਵਿੱਚ ਕੋਈ ਚੀਜ਼ ਭਰ ਦਿੰਦੇ ਹੋ, ਗੂਗਲ ਦਾ ਜੋ ਆਪਣਾ ਬਾਰ ਆਉਂਦਾ ਹੁੰਦਾ ਉੱਥੇ ਆਪਾਂ ਕੁਛ ਵੀ ਐਡਰੈਸ ਦੇ ਦਿੰਦੇ ਹਾਂ, ਤਾਂ ਤੁਹਾਡੇ ਸਾਹਮਣੇ ਬਹੁਤ ਸਾਰੇ ਲਿੰਕ ਕ੍ਰੀਏਟ ਹੋ ਜਾਂਦੇ ਨੇਗੇ। ਹੁਣ ਉਹ ਜਿਹੀ ਤੁਸੀਂ ਚੂਜ਼ ਕਰਦੇ ਹੋ, ਜਿਵੇਂ ਫਸਟ ਲਿੰਕ ਨੂੰ ਓਪਨ ਕਰਨਾ ਹੈ ਕਿ ਸੈਕਿੰਡ ਨੂੰ ਕਰਨਾ ਹੈ, ਦੈਟ ਇਜ਼ ਕਾਲਡ ਐਕਸਟਰਨਲ ਲਿੰਕ। ਸੋ ਮੈਂ ਇਹਦੀ ਡੈਫੀਨੇਸ਼ਨ ਦੇਣ ਲੱਗਿਆ, ਧਿਆਨ ਨਾਲ ਦੇਖੋ। ਕਹਿੰਦਾ ਸਮਟਾਈਮ ਜੰਪ ਇਜ਼ ਰਿਕੁਆਇਰਡ ਟੂ ਡਿਫਰੈਂਟ ਲੋਕੇਸ਼ਨ ਔਰ ਸੈਕਸ਼ਨ ਇਨ ਦਾ ਸੇਮ ਡਾਕੂਮੈਂਟ। ਇੱਕ ਡਾਕੂਮੈਂਟ ਦੇ ਜਾਂ ਸੇਮ ਸੈਕਸ਼ਨ ਦੇ ਵਿੱਚ ਕਹਿ ਲਓ ਜਾਂ ਡਿਫਰੈਂਟ ਲੋਕੇਸ਼ਨ ਦੇ ਵਿੱਚ ਕਹਿ ਲਓ, ਮੂਵ ਕਰਨ ਨੂੰ ਆਪਾਂ ਕੀ ਯੂਜ਼ ਕਰਾਂਗੇ, ਇੰਟਰਨਲ ਲਿੰਕ। ਵੀ ਯੂਜ਼ ਦਾ ਨੇਮ ਔਰ ਆਈ ਡੀ। ਅਸੀਂ ਕੀ ਯੂਜ਼ ਕਰਦੇ ਹਾਂ ਉਸ ਵਾਸਤੇ, ਇੱਕ ਨੇਮ ਯੂਜ਼ ਕਰ ਸਕਦੇ ਹਾਂ ਜਾਂ ਕੋਈ ਆਈ ਡੀ ਯੂਜ਼ ਕਰਦੇ ਹਾਂ, ਐਟਰੀਬਿਊਟ ਆਫ ਦਾ ਐਂਕਰ ਟੈਗ ਐਜ਼ ਦਾ ਐਂਕਰ ਟੈਗ। ਐਂਕਰ ਟੈਗ ਦੇ ਰੂਪ ਦੇ ਵਿੱਚ ਆਪਾਂ ਨੂੰ ਯੂਜ਼ ਕਰਾਂਗੇ ਗਿਵਨ ਦਾ ਨੇਮ ਆਫ ਦਾ ਸੈਕਸ਼ਨ ਔਰ ਲੋਕੇਸ਼ਨ, ਜਿਹਨੂੰ ਆਪਾਂ ਐਂਕਰ ਟੈਗ ਦੇ ਤੌਰ 'ਤੇ ਯੂਜ਼ ਕਰਾਂਗੇ। ਯਾਦ ਰੱਖਿਓ ਐਂਕਰ ਟੈਗ ਦੇ ਅਕੋਰਡਿੰਗ ਆਪਾਂ ਉਹਨੂੰ ਯੂਜ਼ ਕਰਾਂਗੇ, ਲੇਕਿਨ ਉਹਨੂੰ ਆਪਾਂ ਇੱਕ ਸਪੈਸ਼ਲ ਨੇਮ ਦੇਵਾਂਗੇ ਅਤੇ ਇੱਕ ਆਈ ਡੀ ਦੇਵਾਂਗੇ। ਹੋਊਗਾ ਉਹ ਉਸੇ ਲੋਕੇਸ਼ਨ ਉਸਦੇ ਰਿਗਾਰਡਿੰਗ ਹੀ, ਚਾਹੇ ਉਹਦੇ ਸੈਕਸ਼ਨ ਦੀ ਕਹਿ ਲਓ, ਭਾਵੇਂ ਲੋਕੇਸ਼ਨ ਦੀ ਕਹਿ ਲਓ। ਆਫਟਰ ਦੈਟ ਯੂ ਕੈਨ ਯੂਜ਼ ਦਿਸ ਵੈਲਿਊ ਆਫ ਏ ਨੇਮ ਔਰ ਆਈ ਡੀ ਐਟਰੀਬਿਊਟ ਫੋਰ ਦਾ ਸੈਟਿੰਗ ਹਾਈਪਰਲਿੰਕ ਯੂਜ਼ਿੰਗ HREF ਹਾਊਫ ਐਟਰੀਬਿਊਟ। ਯਾਨੀ ਕਿ ਉਸੇ ਨੇਮ ਅਤੇ ਆਈ ਡੀ ਨੂੰ ਆਪਾਂ ਹੁਣ ਹਾਈਪਰ ਲਿੰਕ ਦੇ ਤੌਰ 'ਤੇ ਯੂਜ਼ ਕਰ ਲਿਆ। ਜਿਹੜਾ ਵੀ ਨਾਮ ਤੁਸੀਂ ਨੇ ਕ੍ਰੀਏਟ ਕੀਤਾ ਐਂਕਰ ਰੂਪ ਦੇ ਐਂਕਰ ਦੇ ਵਿੱਚ, ਐਂਕਰ ਟੈਗ ਦੇ ਵਿੱਚ, ਉਹਨੂੰ ਆਪਾਂ ਯੂਜ਼ ਕਰ ਰਹੇ ਹਾਂ ਹਾਈਪਰ ਲਿੰਕ ਦੇ ਤੌਰ 'ਤੇ। ਠੀਕ ਹੈ, ਜਿਵੇਂ ਤੁਹਾਨੂੰ ਮੈਂ ਦੱਸਦਾ ਇਹਦੇ ਵਿੱਚ ਅੱਗੇ ਐਗਜ਼ਾਮਪਲ ਦਿੱਤੀ ਹੋਈ ਹੈ। ਫੋਰ ਐਗਜ਼ਾਮਪਲ ਹੀ ਲੈ ਲੈਂਦੇ ਹਾਂ, ਗਿਵਨ ਦਾ ਨੇਮ ਆਫ ਲੋਕੇਸ਼ਨ। ਜੇ ਕੋਈ ਲੋਕੇਸ਼ਨ ਨੂੰ ਨਾਮ ਦੇਣਾ ਤਾਂ ਦੇਖੋ ਤੁਸੀਂ ਐਂਕਰ ਟੈਗ ਯੂਜ਼ ਕੀਤਾ ਇਹ ਨੇਮ ਲਿਖਣੀ ਹੈ, ਜਿਹੜਾ ਵੀ ਨੇਮ ਦੇਣ ਲੱਗੇ ਹੋ ਇਕੁਅਲ ਇਨਵਾਈਟਿਡ ਕੋਮੇ ਦੇ ਵਿੱਚ C3 ਦਿੱਤਾ ਹੈ। ਹੁਣ ਜਿਹੜਾ ਉਹਦੇ ਵਿੱਚ ਨਾਮ ਕੀ ਹੈ C3 ਕਲੋਜ਼ ਹੋ ਗਿਆ। ਹੁਣ ਜਿਹੜਾ ਉਹਦਾ ਨਾਮ ਹੋਊਗਾ C3, ਦੇਖੋ ਉਹਦਾ ਉੱਥੇ ਕ੍ਰੀਏਟ ਕੀਤਾ ਗਿਆ, ਤਾਂ ਜਿਹੜਾ ਇੱਥੇ ਚੈਪਟਰ ਹੈ, ਚੈਪਟਰ C3 ਤੋਂ ਮਤਲਬ ਚੈਪਟਰ 3 ਐਂਕਰ ਟੈਗ ਕਲੋਜ਼ ਹੋ ਗਿਆ। ਹੁਣ ਇਸ ਐਗਜ਼ਾਮਪਲ ਦੇ ਵਿੱਚ ਸਮਝੋ ਕੀ ਹੈ, ਵੀ ਹੈਵ ਕ੍ਰੀਏਟਿਡ ਏ ਲੋਕੇਸ਼ਨ ਨੇਮ। ਅਸੀਂ ਜਿਹੜਾ C3 ਹੈ ਨਾ ਉਹ ਲੋਕੇਸ਼ਨ ਨੇਮ ਹੈ, ਮਤਲਬ ਪਲੇਸ ਦਾ ਨੇਮ ਹੈ। ਦਿਸ ਲੋਕੇਸ਼ਨ ਵਰਕ ਲਾਈਕ ਦਾ। ਹੁਣ ਇਹ ਜਿਹੜਾ ਕੰਮ ਕਰੂ ਲੋਕੇਸ਼ਨ, ਇਹਦੇ ਉੱਤੇ ਜਿਹੜਾ ਨਾਮ ਦਿੱਤਾ ਗਿਆ ਲੋਕੇਸ਼ਨ ਨੂੰ ਉਹ ਦਿੱਤਾ ਗਿਆ ਚੈਪਟਰ 3, ਯਾਨੀ ਕਿ ਲੋਕੇਸ਼ਨ ਦਾ ਜਿਹੜਾ ਐਡਰੈਸ ਹੋ ਗਿਆ ਉਹ ਤਾਂ ਹੋ ਗਿਆ C3, ਲੇਕਿਨ ਜਿਹੜਾ ਉਹਦਾ ਨੇਮ ਹੋ ਗਿਆ ਉਹ ਕੀ ਹੋ ਗਿਆ ਚੈਪਟਰ 3। ਠੀਕ ਹੈ ਜੀ। ਸੋ ਇਸੇ ਤਰੀਕੇ ਨਾਲ ਆਪਾਂ ਕੀ ਯੂਜ਼ ਕਰ ਸਕਦੇ ਹਾਂ, ਇੰਟਰਨਲ ਲਿੰਕਿੰਗ ਕਰ ਸਕਦੇ ਹਾਂ। ਸੋ ਐਜ਼ ਸੇਮ ਐਜ਼ ਅੱਗੇ ਜਿਵੇਂ ਉਹਨਾਂ ਨੇ ਪਿੱਛੇ ਹੁਣ ਹਾਈਪਰ ਲਿੰਕ ਦੀ ਗੱਲ ਕੀਤੀ ਸੀ, ਤਾਂ ਹੈਵ ਇਕੁਅਲ #C3 ਗੋ ਟੂ ਚੈਪਟਰ 3, ਕਿੱਥੇ ਚਲਾ ਜਾਵੇ ਚੈਪਟਰ 3 'ਤੇ ਮੂਵ ਕਰੇ। ਯਾਨੀ ਕਿ ਧਿਆਨ ਨਾਲ ਦੇਖੋ, ਇੱਥੇ ਇੱਕ ਐਗਜ਼ਾਮਪਲ ਵੀ ਦਿੱਤੀ ਹੋਈ ਇਹਨਾਂ ਨੇ, 1 ਬਾਏ 1 ਕਰਕੇ ਸਾਰੀਆਂ ਦਿੱਤੀਆਂ ਹੋਈਆਂ ਨੇਗੀਆਂ। ਠੀਕ ਹੈ, ਤਾਂ ਜਦੋਂ ਹੀ ਇੱਥੇ ਲਿੰਕ ਕ੍ਰੀਏਟ ਹੋ ਜਾਂਦਾ, ਜਿਵੇਂ ਹੁਣ ਤੁਸੀਂ ਦੇਖੋ ਆਹ ਕੋਡ ਕ੍ਰੀਏਟ ਕਰਦੇ ਹੋ, ਜਿਹਦੇ ਵਿੱਚ ਡੇਟਾ ਪਹਿਲਾਂ ਤਾਂ ਤੁਸੀਂ ਸਭ ਤੋਂ ਪਹਿਲਾਂ ਇੱਕ ਟਾਈਟਲ ਤਾਂ ਕ੍ਰੀਏਟ ਕਰੋਗੇ।
ठीक है। बॉडी लाओगे, सेंटर लाओगे, फॉन्ट का साइज़ लाओगे। साइज़ मतलब ਉਹਦਾ ਜਿਹੜਾ ਚੈप्ਟਰ ਜਿਹੜੇ ਤੁਸੀਂ ਨਾਮ ਲਿਖੋਗੇ ਉਹਦਾ ਸਾਈਜ਼ ਕਿੰਨਾ ਵੱਡਾ ਹੋਣਾ ਚਾਹੀਦਾ। ਹੁਣ ਇਹ ਤਾਂ ਸਭ ਤੋਂ ਪਹਿਲਾਂ ਗੱਲ ਫੌਂਟ ਸਾਈਜ਼ ਰੱਖਿਆ ਗਿਆ ਡੇਟਾ ਸਟਰਕਚਰ ਦਾ, ਯਾਨੀ ਡੇਟਾ ਸਟਰਕਚਰ ਸਬਜੈਕਟ ਹੈ, ਉਹਦਾ ਮੇਨ ਜਿਹੜਾ ਹੈਡਿੰਗ ਹੈ ਉਹਦੇ ਸਾਈਜ਼ ਕਿੰਨਾ ਹੈ 5 ਰੱਖਿਆ ਗਿਆ, ਠੀਕ ਹੈ। ਇਸੇ ਤਰੀਕੇ ਨਾਲ ਬ੍ਰੇਕਿੰਗ ਲਾਈਨ ਮਤਲਬ ਐਂਡੋਜੂਅਲ ਲਾਈਨ ਦਾ। ਉਸ ਤੋਂ ਬਾਅਦ ਆਪਾਂ ਕਿੱਥੇ ਮੂਵ ਕਰਾਂਗੇ, ਜਿਹੜੇ ਆਪਾਂ ਨੇ ਹੁਣ ਨਵੇਂ ਕੋਡ ਕ੍ਰੀਏਟ ਕਰਨੇ ਨੇਗੇ ਲਿੰਕ ਦੇ ਰੂਪ ਦੇ ਅੰਦਰ, ਜਿਵੇਂ ਚੈਪਟਰ 1 BR ਟੈਗ ਕਲੋਜ਼, ਠੀਕ ਹੈ। ਚੈਪਟਰ 2 ਇਹ ਹੁਣ ਦੇਖੋ ਜਿਹਦਾ ਲਿੰਕ ਕ੍ਰੀਏਟ ਕਰ ਰਹੇ ਹੋ ਕਿਹਦਾ ਕਰ ਰਹੇ ਆਪਾਂ, 3rd ਦਾ ਕਰ ਰਹੇ ਹਾਂ। ਇਹ ਨੇਮ C3 ਚੈਪਟਰ 3rd ਐਂਕਰ ਟੈਗ ਕਲੋਜ਼। ਬਾਕੀ ਸਾਰੇ ਦੇਖੋ 10 ਤੱਕ ਉਹਨਾਂ ਨੇ ਸਾਰੇ ਸਿੰਪਲ ਲਿੱਤੇ ਨੇ। ਅਤੇ ਐਡਰੈਸ ਦੇਖਿਓ, ਐਡਰੈਸ ਕ੍ਰੀਏਟ ਕੀਤਾ ਗਿਆ ਚੈਪਟਰ 3rd ਦਾ, ਅਤੇ ਆਹ ਦੇਖੋ ਲਿੰਕ ਕ੍ਰੀਏਟ ਹੋ ਚੁੱਕਿਆ .#C3 ਗੋ ਟੂ ਦਾ ਚੈਪਟਰ 3rd। ਯਾਨੀ ਕਿ ਇਹਦੇ ਵਿੱਚ ਜਿਹੜਾ ਚੈਪਟਰ 3rd ਹੈ ਜੇ ਉਹ 'ਤੇ ਕਲਿੱਕ ਕਰਦੇ ਹੋ ਤਾਂ ਆਪਾਂ ਨੈਕਸਟ 'ਤੇ ਜਾਵਾਂਗੇ, ਅਦਰਵਾਈਜ਼ ਬਾਕੀ ਤਾਂ ਸਿਰਫ ਸਿੰਪਲ ਨੇਮ ਨੇਗੇ। ਯਾਨੀ ਕਿ ਲਿੰਕ ਕਿਹਦਾ ਕ੍ਰੀਏਟ ਕੀਤਾ ਗਿਆ, ਜਸਟ ਓਨਲੀ ਵਨ ਦੈਟ ਇਜ਼ ਕਾਲਡ ਚੈਪਟਰ 3rd। ਯਾਨੀ ਕਿ ਜੇ ਤੁਸੀਂ ਚੈਪਟਰ 3rd 'ਤੇ ਕਲਿੱਕ ਕਰਦੇ ਹੋ ਤਾਂ ਤੁਸੀਂ ਇੱਕ ਅਗਲੇ ਪੇਜ 'ਤੇ ਚਲੇ ਜਾਓਗੇ ਜਿੱਥੇ ਕੋਈ ਵੀ ਚੀਜ਼ ਤੁਸੀਂ ਦਿੱਤੀ ਹੋਊਗੀ, ਕੋਈ ਭਾਵੇਂ ਚੈਪਟਰ ਦੇ ਰਿਗਾਰਡਿੰਗ ਹੀ ਇਨਫੋਰਮੇਸ਼ਨ ਦਿੱਤੀ ਹੋਵੇ, ਕੁਛ ਵੀ ਦੇ ਸਕਦੇ ਹੋ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰ ਰਹੇ ਹਾਂ ਲਿੰਕਿੰਗ ਵਿਦ ਸਪੈਸੀਫਿਕ ਈਮੇਲ ਐਡਰੈਸ। ਆਪਾਂ ਈਮੇਲ ਕਰਨੀ ਹੈ ਹੁਣ, ਯਾਨੀ ਕਿ ਡਾਇਰੈਕਟ ਕੀ ਹੈ ਵੀ ਸਮਟਾਈਮ ਆਪਾਂ ਈਮੇਲ ਐਡਰੈਸ ਜਿਹੜੇ ਯੂਜ਼ ਕਰਦੇ ਹੁੰਦੇ ਆ, ਤੁਸੀਂ ਦੇਖੇ ਹੋਣਗੇ ਬਹੁਤ ਸਾਰੀਆਂ ਆਪਾਂ ਵੈਬਸਾਈਟ ਯੂਜ਼ ਕਰਦੇ ਹਾਂ, ਉਹਨਾਂ ਦੇ ਵਿੱਚ ਜਸਟ ਆਪਸ਼ਨ ਆਉਣੀ ਹੁੰਦੀ ਹੈ ਕਿ ਆਪਾਂ ਕਿਸੇ ਵੀ ਕੰਟੈਂਟ ਨੂੰ, ਜੇ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ MS ਵਰਡ ਦੇ ਵਿੱਚ ਵੀ ਕਰਦੇ ਹੋ ਤਾਂ ਆਪਾਂ ਉੱਥੋਂ ਵੀ ਮੇਲ ਕਰ ਸਕਦੇ ਹਾਂ, ਕੰਮ ਕਰ ਰਹੇ ਹੋ MS ਐਕਸਲ ਦੇ ਵਿੱਚ ਕੰਮ ਕਰ ਰਹੇ ਆਪਾਂ ਉੱਥੋਂ ਵੀ ਮੇਲ ਕਰ ਸਕਦੇ ਹਾਂ। ਸੇਮ ਐਜ਼ ਇਹਦੇ ਵਿੱਚ ਆਪਾਂ ਕਿਵੇਂ ਲਿੰਕਿੰਗ ਕਰਾਂਗੇ। ਸੋ ਮੇਲ ਟੂ ਫੰਕਸ਼ਨ ਯੂਜ਼ ਕਰਾਂਗੇ ਇਹਦੇ ਵਾਸਤੇ। ਫੰਕਸ਼ਨ ਦਾ ਨੇਮ ਹੁੰਦਾ ਮੇਲ ਟੂ। ਅਲਾਓ ਅਦਰ ਯੂਜ਼ਰ ਟੂ ਕਮਿਊਨੀਕੇਟ ਵਿਦ ਯੂ ਬਾਏ ਈਮੇਲ, ਜਿਹਦੇ 'ਚ ਆਪਾਂ ਕਮਿਊਨੀਕੇਟ ਕਰਦੇ ਹਾਂ ਕਿਹਦੇ ਦੁਆਰਾ, ਈਮੇਲ ਦੁਆਰਾ। ਨੋਟਸ ਦਾ ਮੇਲ ਟੂ ਫੰਕਸ਼ਨ ਇਜ਼ ਸਪੋਰਟਡ ਬਾਏ ਦਾ ਮੈਨੀ ਵੈਬ ਬਰਾਊਜ਼ਰ। ਹੁਣ ਮੇਲ ਟੂ ਜਿਹੜਾ ਫੰਕਸ਼ਨ ਹੈ ਇਹ ਤਕਰੀਬਨ ਸਾਰੇ ਵੈਬ ਬਰਾਊਜ਼ਰ ਦੁਆਰਾ ਅਲਾਓ ਹੈ, ਮਤਲਬ ਯੂਜ਼ ਕਰਦੇ ਨੇ, ਬਟ ਨੋਟ ਆਲ ਵੈਬ ਬਰਾਊਜ਼ਰ ਮੇਲ ਟੂ ਫੰਕਸ਼ਨ ਕ੍ਰੀਏਟ ਏ ਈਮੇਲ ਲਿੰਕ। ਪਰ ਜ਼ਿਆਦਾਤਰ ਦੇ ਵਿੱਚ ਪ੍ਰੋਬਲਮ ਕੀ ਰਹਿੰਦੀ ਹੈ, ਆਪਾਂ ਹੁਣ ਇਹ ਕਹਿੰਦੇ ਯੂਜ਼ ਤਾਂ ਆਪਾਂ ਸਰਚ ਕਰ ਸਕਦੇ ਹਾਂ ਮੇਲ, ਯਾਨੀ ਈਮੇਲ ਤਾਂ ਆਪਾਂ ਕਿਤੋਂ ਵੀ ਕਰ ਸਕਦੇ ਹਾਂ, ਕਿਸੇ ਵੈਬ ਬਰਾਊਜ਼ਰ ਤੋਂ ਕਰ ਸਕਦੇ ਹਾਂ, ਲੇਕਿਨ ਇਹਦਾ ਲਿੰਕ ਕ੍ਰੀਏਟ ਕਰਨਾ ਕੁਛ ਦੇ ਵਿੱਚ ਅਲਾਉਡ ਨਹੀਂ ਹੈਗਾ, ਠੀਕ ਹੈ। ਇਹਦਾ ਲਿੰਕ ਨਹੀਂ ਕ੍ਰੀਏਟ ਕੀਤਾ ਜਾ ਸਕਦਾ, ਜਿਹਦੇ ਵਿੱਚ ਦਿੱਤਾ ਹੈਗਾ ਨਾ ਓਪਨ ਕਲਿਕਿੰਗ ਐਡ ਵਿੱਚ ਈਮੇਲ ਸੌਫਟਵੇਅਰ ਗੈਟਸ ਓਪਨ ਵੇਅਰ ਇਨ ਯੂ ਕੈਨ ਟਾਈਪ ਔਰ ਸੈਂਡ ਈਮੇਲ। ਯਾਨੀ ਕਿ ਤੁਸੀਂ ਉੱਥੇ ਇਹ ਆਪਸ਼ਨ ਨਹੀਂ ਕ੍ਰੀਏਟ ਕਰ ਸਕਦੇ ਜਿਹਦੇ ਵਿੱਚ ਮਤਲਬ ਤੁਸੀਂ ਜਿਵੇਂ ਕਿ ਕੁਛ ਵੈਬ ਪੇਜ ਇਹੋ ਜਿਹੇ ਕ੍ਰੀਏਟ ਕਰੋ ਅਤੇ ਤੁਸੀਂ ਸੋਚੋ ਵੀ ਆਪਾਂ ਡਾਇਰੈਕਟਲੀ ਈਮੇਲ ਕਰ ਸਕੀਏ, ਨਹੀਂ, ਕਿਉਂਕਿ ਬਹੁਤ ਸਾਰੀ ਲੈਂਗੁਏਜ ਐਵੇਂ ਨੇਗੀਆਂ। ਜਾਂ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੇ ਦੇਣਾ ਸੀ ਨੂੰ ਤੁਸੀਂ ਡਾਇਰੈਕਟ ਮੇਲ ਨਹੀਂ ਕਰ ਸਕਦੇ, C ਦਾ ਪ੍ਰੋਗਰਾਮ ਤੁਸੀਂ ਡਾਇਰੈਕਟ ਮੇਲ ਨਹੀਂ ਕਰ ਸਕਦੇ, C++ ਦਾ ਨਹੀਂ ਕਰ ਸਕਦੇ, ਜਾਵਾ ਦਾ ਨਹੀਂ ਕਰ ਸਕਦੇ। ਐਸੇ ਮੈਂ ਕੁਛ ਚੀਜ਼ਾਂ ਐਵੇਂ ਦੀਆਂ ਨੇ ਜਿਹਨੂੰ ਡਾਇਰੈਕਟ ਮੇਲ ਨਹੀਂ ਕੀਤਾ ਜਾ ਸਕਦਾ, ਜਿਹਨਾਂ ਵਿੱਚ ਇਹ ਫੰਕਸ਼ਨ ਅਪਲਾਈ ਨਹੀਂ ਕੀਤਾ ਜਾ ਸਕਦਾ, ਬਟ ਇਹਦੇ ਵਿੱਚ ਉਹ ਗੱਲ ਕਰ ਰਹੇ ਵੀ ਆਪਾਂ ਡਾਇਰੈਕਟਲੀ ਮੇਲ ਕਰਾਂਗੇ। ਸੋ ਇਹਦੇ ਵਾਸਤੇ ਦੇਖੋ ਕੀ ਯੂਜ਼ ਕੀਤਾ ਗਿਆ। ਸਭ ਤੋਂ ਪਹਿਲਾਂ ਉੱਪਰਲੇ 'ਤੇ ਚਲੇ ਜਾਓ, ਇਹ ਹਾਫ, ਠੀਕ ਹੈ, ਮੇਲ ਟੂ ਫੰਕਸ਼ਨ ਅਪਲਾਈ ਕੀਤਾ। ਇੱਥੇ ਈਮੇਲ ਐਡਰੈਸ ਕਿਹਦਾ ਹੋਊਗਾ, ਜਿਹਨੂੰ ਆਪਾਂ ਸੈਂਡ ਕਰਨਾ ਚਾਹ ਰਹੇ ਹਾਂ। ਈਮੇਲ ਮੀ ਐਂਕਰ ਟੈਗ ਕਲੋਜ਼ ਹੋ ਗਿਆ। ਜੇ ਹੁਣ ਪ੍ਰੋਪਰ ਨੇਮ ਦੇ ਅਕੋਰਡਿੰਗ ਗੱਲ ਕਰੀਏ, ਦੇਖੋ ਇਹ ਮੇਲ ਟੂ ਤਾਂ ਰਹੂਗਾ, ਠੀਕ ਹੈ। ਇੱਥੇ ਆਪਣੀ ID ਹੈ, ਠੀਕ ਹੈ, ਬਾਕੀ ਸੇਮ ਫੰਕਸ਼ਨ ਅਪਲਾਈ ਕੀਤਾ ਗਿਆ। ਯਾਨੀ ਕਿ ਇਸ ਈਮੇਲ ID ਦੇ ਉੱਤੇ ਜਿਹੜਾ ਵੀ ਆਪਾਂ ਨੇ ਪੇਜ ਬਣਾਇਆ ਕ੍ਰੀਏਟ ਕੀਤਾ ਉਹਦੇ ਕੀ ਹੋ ਜੇ, ਉਹ ਮੇਲ ਹੋ ਜੇ ਜਾਂ ਫੰਕਸ਼ਨ ਆ ਜੇ। ਹੁਣ ਦੇਖੋ ਇੱਧਰ ਨੂੰ ਦਿਖਾ ਵੀ ਦਿੰਦਾ, ਚਲੋ ਇਹਦੇ ਵਿੱਚ ਕਿਵੇਂ ਅਪਲਾਈ ਕੀਤਾ ਜਾ ਸਕਦਾ। ਇਹਦੇ ਵਿੱਚ ਦੇਖੋ ਆਹ ਫੰਕਸ਼ਨ ਆਪਾਂ ਜਦੋਂ ਆਹ ਫੰਕਸ਼ਨ ਅਪਲਾਈ ਕਰਦੇ ਨੇ ਤਾਂ ਤੁਹਾਡੀ ਜਿਹੜਾ ਲਿੰਕ ਐਵੇਂ ਬਣ ਕੇ ਆ ਜੂ ਈਮੇਲ ਮੀ ਲਿਖਿਆ ਆ ਜੂ, ਕਿਉਂਕਿ ਨੇਮ ਤੁਸੀਂ ਨੇ ਕੀ ਕ੍ਰੀਏਟ ਕੀਤਾ ਈਮੇਲ ਮੀ। ਉਸ ਤੋਂ ਬਾਅਦ ਤੁਹਾਡੇ ਲਵੇ ਆਹ ਬਾਕਸ ਓਪਨ ਹੋਊਗਾ, ਯਾਨੀ ਈਮੇਲ ਵਾਲਾ ਬਾਕਸ ਓਪਨ ਹੋਣ ਸ਼ੁਰੂ ਹੋ ਜਾਊਗਾ, ਜਿਹਦੇ ਵਿੱਚ ਤੁਸੀਂ ਪਹਿਲਾਂ ਅਗਲੇ ਦਾ ਐਡਰੈਸ ਦਿਓਗੇ। ਇੱਥੇ ਵੀ ਐਡਰੈਸ ਦੇ ਸਕਦੇ ਹੋ, CC ਦੇ ਵਿੱਚ ਵੀ। ਸਬਜੈਕਟ ਜਿਹੜਾ ਤੁਸੀਂ ਜਿਸ ਦੇ ਰਿਗਾਰਡਿੰਗ ਕਰ ਰਹੇ ਹੋ, ਅਟੈਚਮੈਂਟ ਵਗੈਰਾ ਸੇਮ, ਅਤੇ ਸੈਂਡ ਦੀ ਆਪਸ਼ਨ 'ਤੇ ਜਾ ਕੇ ਤੁਸੀਂ ਕੀ ਕਰਦੇ ਹੋ, ਈਮੇਲ ਨੂੰ ਸੈਂਡ ਕਰ ਸਕਦੇ ਹੋ। ਯਾਨੀ ਕਿ ਇਹ ਬਾਕਸ ਓਪਨ ਕਰਨ ਵਾਸਤੇ ਤੁਹਾਡੇ ਵੈਬ ਬਰਾਊਜ਼ਰ ਦੇ ਵਿੱਚ ਤੁਹਾਡੇ ਪੇਜ ਦੇ ਉੱਤੇ ਤੁਸੀਂ ਕੀ ਯੂਜ਼ ਕਰੋਗੇ, ਇਹ ਲਿੰਕ ਯੂਜ਼ ਕਰੋਗੇ। ਸੋ ਨੈਕਸਟ ਪੇਜ ਲੇਆਊਟ ਦੀ ਗੱਲ ਕਰ ਰਿਹਾ। ਪੇਜ ਲੇਆਊਟ ਕੀ ਚੀਜ਼ ਹੈ, ਕਹਿੰਦਾ ਦਾ ਪੇਜ ਲੇਆਊਟ ਫੀਚਰ ਅਲਾਓ ਅਸ ਟੂ ਯੂਜ਼ ਟੈਗ ਟੂ ਦਾ ਲੇ ਆਊਟ ਦਾ ਐਂਟਾਇਰ ਪੇਜ, ਜਿਹਦੇ ਵਿੱਚ ਤੁਹਾਨੂੰ ਪੇਜ ਦੇ ਐਂਟਾਇਰ ਜਿਹੜੀ ਉਹਦੀ ਆਪਾਂ ਕਹਿ ਸਕਦੇ ਹਾਂ ਜੋ ਪੇਜ ਦੇ ਵਿੱਚ ਤੁਸੀਂ ਯੂਜ਼ ਕਰ ਰਹੇ ਹੋ, ਮਾਰਜਨ ਯੂਜ਼ ਕਰ ਰਹੇ ਹੋ, ਕਿੰਨੇ ਪੇਜ ਦਾ ਸਾਈਜ਼ ਯੂਜ਼ ਕਰ ਰਹੇ ਹੋ, ਉਹ ਸਾਰਾ ਕੁਛ ਪੇਜ ਦਾ। ਜਿਵੇਂ ਫੋਰ ਐਗਜ਼ਾਮਪਲ MS ਵਰਡ ਦੇ ਅੰਦਰ ਤੁਸੀਂ ਇੱਕ ਆਪਸ਼ਨ ਦੇਖੀ ਸੀਗੀ, ਆਪਾਂ ਪ੍ਰਿੰਟ ਪ੍ਰੀਵਿਊ ਦੇਖਦੇ ਹੁੰਦੇ ਹਾਂ। ਉਹਦੇ ਵਿੱਚ ਪ੍ਰਿੰਟ ਪ੍ਰੀਵਿਊ ਦਾ ਮੀਨਿੰਗ ਕੀ ਹੁੰਦਾ ਵੀ ਸਾਨੂੰ ਪਤਾ ਲੱਗ ਜੇ ਵੀ ਸਾਡੇ ਪੇਜ ਦਾ ਜਿਹੜੀ ਸੈਟਿੰਗ ਹੈ ਉਹ ਕਿਵੇਂ ਦੀ ਹੈ, ਪੇਜ ਪੂਰਾ ਆ ਰਿਹਾ, ਇੱਕ ਪੇਜ 'ਤੇ ਮਤਲਬ ਕਿ ਸਾਰੀ ਚੀਜ਼ ਆ ਰਹੀ ਹੈ ਜਾਂ ਨਹੀਂ ਆ ਰਹੀ। ਯੂ ਕੈਨ ਸੀ ਪੇਜ ਮਾਰਜਨ, ਚੇਂਜ ਬੈਕਗਰਾਊਂਡ ਕਲਰ ਆਫ ਦਾ ਪੇਜ, ਸੈਟ ਬੈਕਗਰਾਊਂਡ ਇਮੇਜ ਆਫ ਦਾ ਵੈਬ ਪੇਜ। ਤੁਸੀਂ ਇਹਦੇ ਵਿੱਚ ਯਾਨੀ ਕਿ ਸਾਰਾ ਕੁਛ ਚੈੱਕ ਕਰ ਸਕਦੇ ਹੋ ਜਾਂ ਕ੍ਰੀਏਟ ਕਰ ਸਕਦੇ ਹੋ। ਹੁਣ ਇਹਦੇ ਵਿੱਚ ਦੇਖੋ ਤੁਹਾਨੂੰ ਇੱਕ ਡਾਇਗਰਾਮ ਵੀ ਦਿਖਾਈ ਹੋਈ ਹੈ, ਜਿਹਦੇ ਵਿੱਚ ਮਾਰਜਨ ਦਿਖਾਇਆ ਹੋਇਆ, ਰਾਈਟ ਮਾਰਜਨ, ਟੌਪ ਮਾਰਜਨ, ਬਾਟਮ ਮਾਰਜਨ, ਲੈਫਟ ਮਾਰਜਨ ਐਂਡ ਦਾ ਟੈਕਸਟ ਏਰੀਆ ਦਿਖਾਇਆ ਹੋਇਆ ਕਿੰਨਾ ਯੂਜ਼ ਕਰ ਰਹੇ ਹੋ। ਇਹਨੂੰ ਘਟਾਇਆ ਵਧਾਇਆ ਵੀ ਜਾ ਸਕਦਾ ਮਾਰਜਨਸ ਨੂੰ, ਠੀਕ ਹੈ। ਉਹਦੇ ਅਕੋਰਡਿੰਗ ਦੇਖੋ ਲੈਫਟ ਮਾਰਜਨ ਜੇ ਆਪਾਂ ਦੇਖਣਾ ਹੋਵੇ
द लैफ्ट मार्जिन एट्रीब्यूट ऑफ द बॉडी टैग इज़ यूज टू सैट द लैफ्ट मार्जिन ऑफ द पेज, जिहदे विच आपां लैफ्ट मार्जिन सैट करते हैं। लैफ्ट मार्जिन किहड़ा है, आह चीज़ है जिहदे विच क्या रहा कहना बॉडी लैफ्ट मार्जिन इक्वल विथ इन पिक्सल। हुण विथ तुसीं देनी है, यानी विथ तुसीं दोगे किन्ने पिक्सल यूज़ करोगे, पिक्सल 30 पिक्सल यूज़ करना, 20 कर रहे हो, 50 कर रहे हो, 100 कर रहे हो, थोड़ी इच्छा है। चेंज कर करके देखोगे जो भी प्रोग्राम बनाओगे। सो जिवें एग्जाम्पल के अकॉर्डिंग गल मैं कर देना, कहना टू सी विज द 50 पिक्सल, अब 50 पिक्सल के अकॉर्डिंग गल करना है। बॉडी लैफ्ट मार्जिन 50, सो लैफ्ट मार्जिन सैट टू 50 पिक्सल, बॉडी क्लोज, यानी कि लैफ्ट के किन्ने पिक्सल होने चाहिए, कितना डिफरेंस होना चाहिए 50 पिक्सल का। एज सेम एज ही तुसीं टॉप का गल करोगे, वो टॉप मार्जिन की गल करोगे। तो एज सेम एज ही जे आप कोई टॉप की करनी है, राइट की करनी है, जो बॉटम की करनी है, आप कर सकते हैं। आप जिन्नी मार्जिन अपने अकॉर्डिंग टू नीड अपन जिन्नी जरूरत है उसके अकॉर्डिंग सैट कर सकते हैं। सो इस तो बाद मैं सैटिंग बैकग्राउंड इमेज की गल करना। बैकग्राउंड इमेज का मतलब ध्यान ना समझो, जी तुहाडा पेज ओपन हो वो पिछे फोटो लगी आए, इमेज किवें दी होनी चाहिए है, ठीक है। आप इमेज सैट करना चाहते हो वो पिछे, जिवें तुहाडे डैस्कटॉप पर लगी होंगी है कंप्यूटर से, तो उस वास्ते सैटिंग बैकग्राउंड इमेज, यू कैन हाउ टू सैट द बैकग्राउंड कलर, यू कैन ऑलसो स्पैसीफाई ए बैकग्राउंड इमेज टू ऑफ योर पेज बाय यूजिंग द बैकग्राउंड एट्रीब्यूट। ये वास्ते आप यूज़ की कर रहे हैं एट्रीब्यूट, जो जिन टैग कि यूज़ कर रहे हैं बैकग्राउंड एट्रीब्यूट यूज़ कर रहे हैं, तो आप बॉडी टैग के ही अप्लाई करेंगे। देखो बॉडी के बैकग्राउंड यूज़ करांगे, यानी एट्रीब्यूट का नेम की है बैकग्राउंड। हुण फॉर एग्जाम्पल देख लो, बॉडी बैकग्राउंड इक्वल टू जो वाटर मॉक दिता होंगे ना, वाटर मॉक का ये कोई फोटो लै लो जी भी थोड़ी डैस्कटॉप पर पई हो, ठीक है, वो उस कोई भी कितने भी पई हो, मतलब कि आप एड्रैस देना पऊगा वैसे, तो वो जोड़े नेम से सेव है उही नेम उरे देना है, तो .jpg पक्का लाना है, या JPG या JPEG, ठीक है। क्लोज सैटिंग बैकग्राउंड इमेज बॉडी। सो इस तो बाद तुहाडे की होगा, जी तुहाडी स्क्रीन है यानी कि तुहाडा किवें दा बन के आऊगा, जिवें मान लो फॉर एग्जाम्पल तुसीं ने सारी सैटिंग करती, जो करन तो बाद तो तुहाडी बैकग्राउंड इमेज आ चीज़ लगी आऊगी। सो इस तरीके नाल आपां की कर सकते हैं, एक पेज के उत्ते आपां बैकग्राउंड इमेज सैट कर सकते हैं, जिहदे द्वारा आपां नूं सारे अपनी मतलब कि जो बैकग्राउंड है वह पता चलता है, तो वह एड्रैस अपन पता होना जरूरी है। एड्रैस देखो इन्होंने दिता है, मैं इतने दस देना चाहूँगा, कई बार स्टूडेंट के माइंड के जे डैस्कटॉप पर फोटो रखोगे तो तुम डैस्कटॉप लिखोगे, जे तुम सी ड्राइव के थोड़ी फोटो पई तो सी ड्राइव लिखोगे। आ देखो ध्यान नाल देख लो की दिता होया है, बॉडी बैकग्राउंड इक्वल इनवाइटेड कॉमे स्टार्ट सी का मतलब कि किहड़ी ड्राइव है, सी ड्राइव, सैमी कॉलन दिते हुए ने, उस तो बाद की दिता है बैकस्लैश आ नाम है, नाम देने तो बाद इन्हू इसी तरीके क्लोज कर दो। जे तुम एड्रैस नहीं पाओगे, जो सी जिमें सी ड्राइव नहीं पाया हुआ, जो तुम डैस्कटॉप यूज़ कर रहे हो तो डैस्कटॉप ही पाओगे, जे डी ड्राइव के फोटो पई है तो डी ड्राइव ही पाओगे, जे तुम नहीं पाते तो थोड़ी फोटो नहीं आऊगी स्क्रीन के उत्ते, बिल्कुल भी रिप्रजेंट नहीं की जा सकती। सो ये चैप्टर थोड़ा कंप्लीट होंगे। इस तो बाद आप नैक्सट चैप्टर की डिस्कशन करांगे नैक्सट वीडियो के अंदर। थैंक यू।